ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਕਿਰਪਾ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਜੋ ਫੇਸਬੁੱਕ ਲਾਈਵ ਦੇ ਉੱਪਰ ਗੁਰਬਾਣੀ ਵਿਚਾਰ ਲੈ ਕੇ ਹਾਜ਼ਰ ਹੁੰਨੇ ਆਪ ਗੁਰੂ ਕੀਆਂ ਸੰਗਤਾਂ ਦੀ ਬਖਸ਼ਿਸ਼ ਦੇ ਨਾਲ, ਜਿਸ ਦੇ ਵਿੱਚ ਲੜੀਵਾਰ ਗੁਰਬਾਣੀ ਦੀ ਵਿਚਾਰ ਕੀਤੀ ਜਾਂਦੀ ਹੈ। ਹੁਣ ਤੱਕ ਸ੍ਰੀ ਆਸਾ ਜੀ ਕੀ ਵਾਰ ਦੀ ਅੰਮ੍ਰਿਤਮਈ ਪਾਵਨ ਬਖਸ਼ਿਸ਼ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ, ਜਿਸ ਦੇ ਵਿੱਚ 7 ਨੰਬਰ ਪੌੜੀ ਦੀ ਪਹਿਲੇ ਸ਼ਲੋਕ ਦੀ ਵਿਚਾਰ ਕੀਤੀ ਸੀ। ਅੱਜ ਦੂਸਰਾ ਸ਼ਲੋਕ ਜੋ 7 ਨੰਬਰ ਪੌੜੀ ਦਾ ਹੈ, ਹਉਮੈ ਏਹਾ ਜਾਤ ਹੈ ਹਉਮੈ ਕਰਮ ਕਮਾਏ, ਜੋ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਹੈ। ਇਸ ਤੋਂ ਪਹਿਲਾ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦਾ ਵਿਚਾਰਿਆ ਸੀ, ਜਿਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਹਉਮੈ ਦੀ ਪਰਿਭਾਸ਼ਾ ਸਮਝਾਉਂਦਿਆਂ ਮਨੁੱਖ ਨੂੰ ਇਹ ਗੱਲ ਸਮਝਾਈ ਸੀ ਸਾਨੂੰ ਕਿ ਇਹ ਮਨੁੱਖ ਸਾਰੀ ਉਮਰ ਤੋਂ ਹਉ ਮੈਂ ਦੇ ਵਿੱਚ ਹੀ ਜੀਵਨ ਬਤੀਤ ਕਰਦਾ ਹੈ। ਕਿਉਂ ਨਹੀਂ ਉਸ ਪ੍ਰਮਾਤਮਾ ਵਾਹਿਗੁਰੂ ਨਾਲ ਇਕਮਿਕ ਹੋਣ ਦੀ ਕੋਸ਼ਿਸ਼ ਕਰਦਾ? ਕਿਉਂ ਪ੍ਰਮਾਤਮਾ ਤੋਂ ਆਪਣੀ ਇੱਕ ਵੱਖਰੀ ਹਸਤੀ ਵੱਖਰੀ ਹੋਂਦ ਬਣਾ ਕੇ ਬੈਠਾ ਹੈ? ਕਿਉਂਕਿ ਮਨੁੱਖ ਹਮੇਸ਼ਾ ਹੀ ਇਹ ਸੋਚ ਕੇ ਬੈਠਾ ਹੈ ਕਿ ਜੋ ਕੁਝ ਕਰ ਰਿਹਾ ਹਾਂ ਮੈਂ ਕਰ ਰਿਹਾ ਹਾਂ। ਇਸੇ ਕਰਕੇ ਇਹ ਚੰਗਾ ਜੇ ਹੋ ਜਾਵੇ ਤੇ ਕਹਿੰਦਾ ਮੈਂ ਕੀਤਾ, ਜੇ ਮਾੜਾ ਹੋ ਜਾਵੇ ਤੇ ਪ੍ਰਮਾਤਮਾ ਤੇ ਬਲੇਮ ਕਰਦਾ ਹੈ। ਸਤਿਗੁਰੂ ਜੀ ਨੇ ਆਪਣੀ ਅੰਮ੍ਰਿਤਮਈ ਪਾਵਨ ਬਾਣੀ ਦੇ ਵਿੱਚ ਮਨੁੱਖ ਨੂੰ ਇਸ ਵਿਕਾਰ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਬੜਾ ਹੀ ਰਹਿਮਤ ਸਾਡੇ ਤੇ ਕਰਕੇ ਸਾਨੂੰ ਇਹ ਦੱਸਿਆ ਹੈ ਕਿ ਜਿਹੜੀ ਈਗੋ ਹੈ, ਜਿਹੜੀ ਹਉਮੈ ਹੈ, ਇਹ ਤੇਰੇ ਤੇ ਪ੍ਰਮਾਤਮਾ ਦੇ ਰਸਤੇ ਦੇ ਵਿੱਚ ਰੁਕਾਵਟ ਹੈ। ਜੇ ਤੂੰ ਇਸ ਈਗੋ ਤੇ ਇਸ ਹਉਮੈ ਨੂੰ ਖਤਮ ਕਰ ਦਵੇਂ, ਆਪਣਾ ਆਪਾ ਭਾਵ ਮਾਰ ਲਵੇਂ ਤੇ ਨਿਮਰਤਾ ਤੇ ਪਿਆਰ ਦੇ ਨਾਲ ਮਾਨਵਤਾ ਦੀ ਸੇਵਾ ਦੇ ਵਿੱਚ ਲੱਗ ਜਾਵੇਂ ਤੇ ਇਹ ਮਨ ਹਰ ਗੁਣ ਗਾ ਕੇ ਪ੍ਰਮਾਤਮਾ ਦੇ ਵਰਗਾ ਬਣ ਸਕਦਾ ਹੈ। ਇਸ ਮਨ ਨੂੰ ਇਹੀ ਗੱਲ ਸਮਝਾਉਂਦੇ ਨੇ ਪਾਤਸ਼ਾਹ ਜੀ ਕਿ ਇਹ ਮੇਰੇ ਮਨ, ਹਉਮੈ ਕੀਤਿਆਂ ਕੋਈ ਲਾਭ ਨਹੀਂ ਹੋਣਾ, ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਜਿੱਥੇ ਹਉਮੈ ਵਸਦੀ ਹੈ ਉੱਥੇ ਪ੍ਰਮਾਤਮਾ ਦੇ ਗੁਣ ਨਹੀਂ ਵਸ ਸਕਦੇ। ਇਸੇ ਕਰਕੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਬਾਣੀ ਦੇ ਵਿੱਚ ਸਮਝਾਉਂਦੇ ਨੇ, ਐ ਮਨੁੱਖ ਪਹਿਲਾਂ ਆਪਣੇ ਇਸ ਮਨ ਰੂਪੀ ਭਾਂਡੇ ਨੂੰ ਨਿਰਮਲ ਕਰ। ਇਸ ਭਾਂਡੇ ਨੂੰ ਨਿਰਮਲ ਕਰੇਗਾ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਸਾਹਿਬ ਜੀ ਕਹਿੰਦੇ ਨੇ ਇਸ ਭਾਂਡੇ ਨੂੰ ਨਿਰਮਲ ਕਰ। ਜੇ ਇਹਦੇ ਵਿੱਚ ਤੂੰ ਗੁਰਬਾਣੀ ਵਸਾਉਣੀ ਹੈ, ਜੇ ਇਹਦੇ ਵਿੱਚ ਵਾਹਿਗੁਰੂ ਦੀ ਬੰਦਗੀ ਵਸਾਉਣੀ ਹੈ ਤੇ ਇਸ ਭਾਂਡੇ ਨੂੰ ਧੋ। ਹੁਣ ਕੋਈ ਮਨੁੱਖ ਬਾਹਰੋਂ ਤੇ ਭਾਂਡਾ ਧੋਈ ਜਾਵੇ ਪਰ ਅੰਦਰ ਉਸ ਭਾਂਡੇ ਨੂੰ ਸਾਫ਼ ਨਾ ਕਰੇ, ਹੁਣ ਉਸ ਭਾਂਡੇ ਵਿੱਚ ਕੋਈ ਵੀ ਵਸਤੂ ਪਵੇਗੀ ਉਹ ਮੈਲੀ ਹੋ ਜਾਵੇਗੀ। ਐਵੇਂ ਹੀ ਅਸੀਂ ਬਾਹਰ ਦੇ ਬਾਣੇ ਦੇ ਉੱਤੇ ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਬਾਹਰ ਸਿੱਖੀ ਦਾ ਬਾਣਾ ਹੋਣਾ ਚਾਹੀਦਾ ਹੈ, ਅੰਮ੍ਰਿਤਧਾਰੀ ਗੁਰਸਿੱਖ ਹੋਣਾ ਚਾਹੀਦਾ ਹੈ, ਬਿਲਕੁਲ ਹੋਣਾ ਚਾਹੀਦਾ ਹੈ। ਪਰ ਅੰਦਰ ਦਾ ਭਾਂਡਾ ਜਿਹੜਾ ਮਲੀਨ ਕਰਕੇ ਬੈਠਾ ਹੈ, ਅੰਮ੍ਰਿਤ ਵੀ ਹੰਕਾਰ ਬਣਾ ਕੇ ਬੈਠਾ ਹੈ, ਨਿਤਨੇਮ ਦੀਆਂ ਪਾਵਨ ਬਾਣੀਆਂ ਦਾ ਜੇ ਪਾਠ ਕਰਦਾ ਉਹ ਵੀ ਹਉਮੈ ਸਮਝ ਕੇ ਬੈਠਾ ਹੈ। ਤੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਸ ਚੀਜ਼ ਨੇ ਇਹਦੇ ਅੰਦਰ ਨਿਰਮਲਤਾਈ ਲਿਆਉਣੀ ਸੀ, ਜਿਸ ਪਵਿੱਤਰ ਬਾਣੀ ਨੇ ਇਹਨੂੰ ਨਿਰਮਲ ਕਰਨਾ ਸੀ, ਇਹਨੇ ਆਪਣੇ ਮੈਲੇ ਭਾਂਡੇ ਦੇ ਵਿੱਚ ਉਸ ਬਾਣੀ ਨੂੰ ਪਾ ਕੇ, ਮਾਫ ਕਰਨਾ, ਆਪ ਤੇ ਮੈਲਾ ਸੀ, ਸਭ ਕੁਝ ਮੈਲਾ ਕਰਕੇ ਰੱਖ ਦਿੱਤਾ ਹੈ। ਇਸੇ ਕਰਕੇ ਸਭ ਸਾਹਿਬ ਕਹਿੰਦੇ ਨੇ, ਮਨ ਮੈਲੇ ਸਭ ਕਿਛ ਮੈਲਾ। ਜੇ ਮਨ ਮੈਲਾ ਹੈ, ਜੋ ਵੀ ਇਹਦੇ ਵਿੱਚ ਪਾਈ ਜਾਵੇਗਾ ਮੈਲਾ ਹੋਵੇਗਾ। ਸਭ ਤੋਂ ਪਹਿਲੀ ਗੱਲ, ਜੇ ਆਪਣੇ ਚਿੱਤ ਦੇ ਵਿੱਚ ਤੂੰ ਗੁਰਬਾਣੀ ਨੂੰ ਵਸਾਉਣਾ ਚਾਹੁੰਦਾ ਹੈ, ਗੁਰਮਤਿ ਨੂੰ ਵਸਾਉਣਾ ਚਾਹੁੰਦਾ ਹੈ, ਚੰਗੇ ਗੁਣ ਵਸਾਉਣਾ ਚਾਹੁੰਦਾ ਹੈ, ਤੇ ਸਭ ਤੋਂ ਪਹਿਲਾ ਕਰਮ ਇਹ ਕਰ, ਆਪਣੇ ਅੰਦਰੋਂ ਹਉਮੈ ਦੇ ਚਿੱਕੜ ਨੂੰ ਬਾਹਰ ਕੱਢ। ਇਹ ਮੈਂ ਕਰਨ ਦੀ ਬਜਾਏ ਤੂੰ ਕਰਨਾ ਸ਼ੁਰੂ ਕਰ। ਸਤਿਗੁਰੂ ਜੀ ਅੱਜ ਦੇ ਬਚਨਾਂ 'ਚ ਇਹੀ ਗੱਲ ਸਮਝਾ ਰਹੇ ਨੇ। ਮਹੱਲਾ ਦੂਜਾ, ਹਉਮੈ ਏਹਾ ਜਾਤ ਹੈ ਹਉਮੈ ਕਰਮ ਕਮਾਹੇ। ਜਾਤ ਦਾ ਅਰਥ ਹੈ ਕੁਦਰਤੀ ਸੁਭਾਅ। ਸਾਹਿਬ ਜੀ ਕਹਿੰਦੇ ਨੇ ਹਉਮੈ ਦਾ ਇੱਕ ਕੁਦਰਤੀ ਸੁਭਾਅ ਇਹੀ ਹੈ, ਭਾਵ ਜੇ ਰੱਬ ਨਾਲੋਂ ਤੂੰ ਵੱਖਰੀ ਆਪਣਤ ਬਣਾ ਕੇ ਰੱਖੇਗਾ, ਆਪਣੇ ਆਪ ਨੂੰ ਪ੍ਰਮਾਤਮਾ ਤੋਂ ਜੁਦਾ ਸਮਝ ਕੇ ਰਵੇਂਗਾ, ਤਾਂ ਉਸ ਦਾ ਸਿੱਟਾ ਇਹੀ ਨਿਕਲੂਗਾ ਕਿ ਜੀਵ ਉਸੇ ਹੀ ਕੰਮ ਨੂੰ ਬਾਰ-ਬਾਰ ਕਰੂਗਾ ਜਿਸ ਨਾਲ ਉਹਦੀ ਵੱਖਰੀ ਹੋਂਦ ਦਾ ਉਹਦੇ ਅੰਦਰ ਅਹਿਸਾਸ ਹੋਵੇ। ਭਾਵ
ਜਦੋਂ ਸਾਡੇ ਅੰਦਰ ਇਹ ਖਿਆਲ ਪ੍ਰਗਟ ਹੋ ਗਿਆ ਕਿ ਮੈਂ ਕਰ ਰਿਹਾ ਹਾਂ, ਸਾਡਾ ਉਹ ਕਰਮ ਬਣੂਗਾ। ਅਸੀਂ ਹਰ ਵਕਤ ਇਹੀ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਮੈਂ ਅਲੱਗਾ ਕਰ ਰਿਹਾ ਹਾਂ, ਮੈਂ ਪਰਮਾਤਮਾ ਤੋਂ ਵੱਖਰਾ ਹੋ ਕੇ ਕੋਈ ਕਰਮ ਕਰ ਰਿਹਾ ਹਾਂ। ਇਸੇ ਕਰਕੇ ਮਨੁੱਖ ਜਦੋਂ ਵੀ ਕਿਤੇ, ਪਹਿਲੀ ਗੱਲ ਤੇ ਇਹ ਵੇਂਦਾ ਹੈ, ਸੇਵਾ ਉੱਥੇ ਕਰਦਾ ਹੈ ਜਿੱਥੇ ਲੋਕੀ ਇਹਨੂੰ ਨੋਟਿਸ ਕਰਨ। ਜੇ ਕੋਈ ਮਨੁੱਖ ਨੇ ਇਹਨੂੰ ਨੋਟਿਸ ਨਹੀਂ ਕੀਤਾ, ਕਿਸੇ ਮਨੁੱਖ ਨੇ ਇਹਨੂੰ ਨਹੀਂ ਵੇਖਿਆ ਚੰਗਾ ਕੰਮ ਕਰਦੇ ਆ, ਸੇਵਾ ਕਰਦੇ ਆ ਤੁਸੀਂ ਵੱਡੇ ਵੱਡੇ ਲੀਡਰਾਂ ਨੂੰ ਦੇਖ ਲਓ, ਇਹ ਝਾੜੂ ਕਿਤੇ ਭਲਾ ਰੋਜ਼ ਮਾਰਦੇ ਨੇ, ਆਪਣੇ ਘਰ ਦੇ ਵਿੱਚ ਇਹਨਾਂ ਨੇ ਨੌਕਰ ਰੱਖੇ ਨੇ, ਪਰ ਜਦੋਂ ਨਗਰ ਕੀਰਤਨ ਹੁੰਦਾ ਹੈ ਹੱਥ ਵਿੱਚ ਝਾੜੂ ਲੈ ਕੇ ਅੱਗੇ ਝਾੜੂ ਮਾਰਨ ਲੱਗ ਪੈਂਦੇ ਹਨ। ਚਿੱਟੇ ਕੱਪੜੇ, ਐਨ ਸਫੇਦ ਕੱਪੜੇ ਪਾ ਕੇ ਗਲੀਆਂ ਦੇ ਵਿੱਚ ਜਾ ਕੇ ਜੀ ਅੱਜ ਅਸੀਂ ਨਾਲੀਆਂ ਸਾਫ਼ ਕੀਤੀਆਂ। ਭਾਵ ਕੀ ਹੈ? ਹਉਮੈ ਹੈ, ਮੈਂ ਹੈ ਕਿ ਵੀ ਮੈਂ ਇਹ ਕੀਤਾ ਹੈ, ਲੋਕਾਂ ਨੂੰ ਨੋਟਿਸ ਕਰਾਉਣਾ ਹੈ ਕਿ ਵੀ ਅਸੀਂ ਕੋਈ ਚੰਗਾ ਕੰਮ ਕੀਤਾ ਹੈ। ਤੇ ਜੇ ਲੋਕਾਂ ਨੇ ਨੋਟਿਸ ਨਹੀਂ ਕੀਤਾ, ਫਿਰ ਵੱਡੇ ਵੱਡੇ ਇਸ਼ਤਿਹਾਰ ਛਪਾ ਕੇ ਲਾਉਣੇ ਨੇ ਅਸੀਂ ਇਹ ਕਰ ਰਹੇ ਹਾਂ। ਇਹ ਇੱਕ ਐਸਾ ਨਸ਼ਾ ਹੈ ਜੋ ਮਨੁੱਖ ਨੂੰ ਪਰਮਾਤਮਾ ਤੋਂ ਜੁਦਾ ਕਰਦਾ ਜਾਂਦਾ ਹੈ, ਤੇ ਐਸਾ ਮਨੁੱਖ ਇਤਨਾ ਖਤਰਨਾਕ ਬਣ ਜਾਂਦਾ ਹੈ ਜਿਹਦੇ ਵਿੱਚ ਹਉਮੈ ਦਾ ਇਹ ਬੀਜ ਸਮਾ ਜਾਵੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੋਹਿਲਾ ਸਾਹਿਬ ਜੀ ਦੀ ਪਾਵਨ ਬਾਣੀ 'ਚ ਕਿਰਪਾ ਕੀਤੀ। ਕਹਿੰਦੇ ਇਹ ਇੱਕ ਐਸਾ ਕੰਡਾ ਹੈ ਜਿਹੜਾ ਮਨੁੱਖ ਦੇ ਅੰਦਰ ਚੁਭਦਾ ਰਹਿੰਦਾ ਹੈ। ਹਉਮੈ ਇਹੋ ਜਿਹਾ ਕੰਡਾ ਬਣ ਕੇ ਮਨੁੱਖ ਦੇ ਅੰਦਰ ਖੁੱਭ ਜਾਂਦੀ ਹੈ ਕਿ ਮਨੁੱਖ ਕੋਈ ਵੀ ਕਰਮ ਕਰਦਾ ਹੈ ਇੱਕ ਕੰਡੇ ਵਾਂਗੂ ਚੁਭਦੀ ਹੈ। ਮਨੁੱਖ ਦੀ ਚਾਲ, ਜਿਵੇਂ ਕੰਡਾ ਇੱਕ ਸੂਖਸ਼ਮ ਐਸੀ ਚੀਜ਼ ਹੈ, ਪੈਰ ਦੇ ਵਿੱਚ ਖੁੱਭ ਜਾਵੇ ਨਾ ਦੂਰੋਂ ਨਜ਼ਰ ਨਹੀਂ ਆਉਂਦਾ, ਪਰ ਜਦੋਂ ਮਨੁੱਖ ਤੁਰਦਾ ਹੈ ਉਦੋਂ ਉਹ ਅਹਿਸਾਸ ਹੁੰਦਾ ਹੈ ਕਿ ਮੇਰੇ ਪੈਰ ਦੇ ਵਿੱਚ ਕੁਝ ਕੰਡਾ ਖੁੱਭਿਆ। ਤੇ ਸਭ ਕਹਿੰਦੇ ਸਾਕਤ ਹਰਸ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲੈ ਚੁਭੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ। ਸਭ ਕਹਿੰਦੇ ਜਿਵੇਂ ਜਿਵੇਂ ਤੁਰਦਾ, ਤੁਰਦਾ ਕੀ ਹੈ? ਧਾਰਮਿਕ ਕਰਮ ਕਰਦਾ ਹੈ, ਕੋਈ ਕਰਮ ਚੰਗਾ ਕਰਦਾ ਹੈ, ਲੋਕਾਂ ਨੂੰ ਵਿਖਾਉਣ ਵਾਸਤੇ ਕਰਦਾ ਹੈ, ਨਾਲ ਇਹ ਕਹਿੰਦਾ ਮੈਂ ਕਰ ਰਿਹਾ, ਲੋਕਾਂ ਨੂੰ ਨੋਟਿਸ ਕਰਾਉਣ ਵਾਸਤੇ ਕਰਦਾ ਹੈ। ਤੇ ਸਭ ਕਹਿੰਦੇ ਨੇ ਕਰ ਤੇ ਚੰਗੇ ਕਰਮ ਰਿਹਾ, ਪਰ ਨਾਲ ਇਹ ਹਉਮੈ ਦਾ ਕੰਡਾ ਨਾਲ ਨਾਲ ਚੁੱਭ ਰਿਹਾ ਤੇ ਆਪਣੇ ਕੀਤੇ ਹੋਏ ਕਰਮਾਂ ਨੂੰ ਆਪਣੇ ਹੱਥੀਂ ਅੱਗ ਲਾ ਰਿਹਾ ਹੈ। ਜਿਵੇਂ ਕਿਸੇ ਨੇ ਕਪਾਹ ਇਕੱਠੀ ਕਰ ਲਈ, ਕਾਟਨ ਇਕੱਠੀ ਕਰ ਲਈ, ਰੂਹ ਇਕੱਠਾ ਕਰ ਲਿਆ, ਆਪ ਹੀ ਉਹਨੂੰ ਅੱਗ ਲਾ ਕੇ ਬਹਿ ਗਿਆ। ਅਸੀਂ ਸ਼ੁਭ ਗੁਣ ਤੇ ਆਪਣੇ ਅੰਦਰ ਇਕੱਠੇ ਕੀਤੇ ਨੇ, ਪਰ ਹਉਮੈ ਦੀ ਚੁਆਤੀ ਲਾ ਕੇ, ਹਉਮੈ ਦੀ ਮੈਂ ਕਹਿ ਕੇ ਅਸੀਂ ਉਹਨੂੰ ਅੱਗ ਲਾ ਕੇ ਮਿੱਟੀ ਕਰ ਦਿੰਨੇ ਆ ਆਪਣੇ ਚੰਗੇ ਗੁਣਾਂ ਨੂੰ ਵੀ। ਸਭ ਕਹਿੰਦੇ ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ। ਹਉਮੈ ਦਾ ਇਹੀ ਕੁਦਰਤੀ ਸੁਭਾਅ ਹੈ ਕਿ ਇਹ ਬਾਰ-ਬਾਰ ਮਨੁੱਖ ਦੇ ਸਾਹਮਣੇ ਆਉਂਦੀ ਹੈ, ਬਾਰ-ਬਾਰ ਮਨੁੱਖ ਨੂੰ ਖਾਂਦੀ ਹੈ, ਬਾਰ-ਬਾਰ ਮਨੁੱਖ ਨੂੰ ਰੋਕਦੀ ਹੈ ਪ੍ਰਮਾਤਮਾ ਦੇ ਘਰ ਜਾਣ ਤੋਂ, ਪ੍ਰਮਾਤਮਾ ਦੇ ਰਸਤੇ ਦੇ ਉੱਤੇ ਤੁਰਨ ਤੋਂ, ਬਾਰ-ਬਾਰ ਨਿਰੰਕਾਰ ਤੋਂ, ਇਹਨੂੰ ਅਭੇਦ ਹੋਣ ਤੋਂ ਰੋਕ ਕੇ ਇਸ ਨੂੰ ਵੱਖਰਾ ਅਹਿਸਾਸ ਕਰਾਉਂਦੀ ਹੈ ਵੀ ਤੂੰ ਕੁਝ ਵੱਖਰਾ ਹੈ, ਤੈਨੂੰ ਕੋਈ ਲੋੜ ਨਹੀਂ ਰੱਬ ਦੀ, ਤੂੰ ਆਪ ਹੀ ਰੱਬ ਹੈ। ਤੇ ਜਿਨ੍ਹਾਂ ਮਨੁੱਖਾਂ ਨੇ ਇਸ ਹਉਮੈ ਦੇ ਕੂੜ ਵਿੱਚ ਪੈ ਕੇ ਇਹ ਸਮਝਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਹੀ ਰੱਬ ਹਾਂ, ਉਹਨਾਂ ਦਾ ਤੇ ਜੀਵਨ ਬਰਬਾਦ ਹੋ ਗਿਆ ਤੇ ਉਹਨਾਂ ਨੇ ਨਾਲ ਆਪਣੇ ਪਰਿਵਾਰਾਂ ਦਾ, ਉਸ ਕੌਮ ਦਾ, ਉਸ ਦੇਸ਼ ਦਾ, ਸਾਰਿਆਂ ਦਾ ਸਰਵਨਾਸ਼ ਕਰ ਦਿੱਤਾ। ਅੱਜ ਤੁਸੀਂ ਦੇਖ ਲਓ ਗੁਰਦੁਆਰਿਆਂ ਦਾ ਪ੍ਰਬੰਧ ਖਰਾਬ ਹੁੰਦਾ ਜਾ ਰਿਹਾ ਹੈ। ਕਿਉਂ? ਕਿਉਂਕਿ ਈਗੋ ਹੈ, ਮੈਂ ਆ, ਹਉਮੈ ਆ। ਜਿਹੜਾ ਇੱਕ ਵਾਰੀ ਪ੍ਰਧਾਨ ਬਣ ਗਿਆ ਉਹ ਕਹਿੰਦਾ ਮੈਂ ਸਦੀਵੀ ਰਵਾਂ, ਜਿਹੜਾ ਇੱਕ ਵਾਰੀ ਉਤੋਂ ਉੱਪਰ ਤੁਰ ਪਈਏ, ਜਿਹੜਾ ਇੱਕ ਵਾਰੀ ਸਰਪੰਚ ਬਣ ਗਿਆ ਮੈਂ ਸਦੀਵੀ ਰਵਾਂ, ਜੋ ਇੱਕ ਵਾਰੀ ਲੀਡਰ ਬਣ ਗਿਆ ਮੈਂ ਸਦੀਵੀ ਰਵਾਂ। ਕੁਰਸੀਆਂ ਦਾ ਮੋਹ, ਬੰਧਨਾਂ ਦਾ ਮੋਹ, ਇਸ ਹਉਮੈ ਨੇ ਹੀ ਸੰਸਥਾਵਾਂ ਨਿੱਕੀਆਂ ਨਿੱਕੀਆਂ ਬਣਾ ਕੇ ਉਹਦੇ ਵਿੱਚ ਆਪਣੀਆਂ ਜਥੇਦਾਰੀਆਂ ਕਰਨ ਦੀ ਹਉਮੈ ਕਿ ਲੋਕੀ ਕਹਿਣ ਇਹ ਫਲਾਨੀ ਸੰਸਥਾ ਦਾ ਜਥੇਦਾਰ ਹੈ। ਗੁਰੂ ਨਾਨਕ ਦਾ ਸਿੱਖ ਲੱਭਦਾ ਨਹੀਂ, ਉਹ ਗਵਾਚ ਚੁੱਕਿਆ ਹੈ। ਸੰਸਥਾਵਾਂ ਦੇ ਸਿੱਖ ਅੱਜ ਤੁਹਾਨੂੰ ਟੋਲਿਆਂ ਵਾਧੂ ਲੱਭ ਜਾਣਗੇ, ਕਿਉਂਕਿ ਅਸੀਂ ਸੰਸਥਾਵਾਂ ਦੇ ਸਿੱਖ ਤੇ ਬਣ ਗਏ ਹਾਂ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅੱਜ ਬਹੁਤ ਔਖੇ ਨੇ ਲੱਭਣੇ। ਕਿਉਂਕਿ ਜਿੱਦਣ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੋ ਗਿਆ ਨਾ, ਉਦਣ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੁੰਦਾ ਹੋਕਾ ਦੇਣਾ ਸ਼ੁਰੂ ਕਰ ਦੇਵੇਗਾ। ਸਭ ਕਹਿੰਦੇ ਨੇ ਹਉਮੈ ਈ ਬੰਧਨਾ ਫਿਰ ਜੋਨੀ ਪਾਏ। ਇਸ ਵੱਖਰੀ ਹੋਂਦ ਦੇ ਬੰਧਨ ਵੀ ਇਹੀ ਹਨ ਕਿ ਇਹ ਆਪਣੇ ਆਪ ਨੂੰ ਪ੍ਰਮਾਤਮਾ ਤੋਂ ਜੁਦਾ ਸਮਝਦਾ ਹੈ। ਭਾਵ ਵੱਖਰੀ ਹੋਂਦ ਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ
ਜਦੋਂ ਇਹ ਕੋਈ ਆਪਣੇ ਆਪ ਨੂੰ ਪ੍ਰਮਾਤਮਾ ਤੋਂ ਜੁਦਾ ਹੋ ਕੇ ਤੁਰਦਾ ਹੈ, ਇਹਦੇ ਅੰਦਰ ਇਹ ਸੰਸਕਾਰ ਪੈਦਾ ਹੁੰਦੇ ਨੇ। ਜਦੋਂ ਇਹ ਸੰਸਕਾਰ ਬਣਦੇ ਨੇ, ਇਹਦਾ ਸੁਭਾਅ ਬਣਦਾ ਹੈ। ਫਿਰ ਸੁੱਤੇ ਚਿੱਤ, ਭਾਵੇਂ ਇਹ ਕਹਿਣਾ ਚਾਹਵੇ ਭਾਵੇਂ ਨਾ ਕਹਿਣਾ ਚਾਹਵੇ, ਇਹ ਇੱਕ ਐਸੀ ਹਉਮੈ ਦਾ ਇੱਕ ਰੋਗ ਹੈ, ਇੱਕ ਇਹੋ ਜਿਹਾ ਇਹ ਸਿੰਪਟਮ ਆ ਕਿ ਮਨੁੱਖ ਜੇ ਕੋਸ਼ਿਸ਼ ਵੀ ਕਰੇ ਨਾ ਕਿ ਮੈਂ ਇਸ ਹਉਮੈ ਤੋਂ ਬਚ ਜਾਵਾਂ, ਤੇ ਇਹ ਇਸ ਤਰ੍ਹਾਂ ਦੀ ਹਉਮੈ ਲੋਕਾਂ ਕੋਲੋਂ ਪੱਠੇ ਪਵਾਉਂਦੀ ਹੈ। ਜਿਵੇਂ ਫੋਰ ਐਗਜ਼ਾਮਪਲ, ਕਈ ਮਨੁੱਖ ਕਹਿੰਦੇ ਨੇ, ਕਿਸੇ ਮਨੁੱਖ ਨੂੰ ਆਮ ਕਰਕੇ ਸੰਸਾਰ ਦੇ ਵਿੱਚ ਜਿਹੜੇ ਚਾਪਲੂਸ ਲੋਕ ਹੁੰਦੇ ਨਾ, ਚਮਚਾਗਰੀ ਕਰਨ ਵਾਲੇ, ਉਹ ਇਹ ਜਾਣਦੇ ਨੇ ਕਿ ਇਸ ਮਨੁੱਖ ਦਾ ਜਿਹੜਾ ਹੈਗਾ ਨਾ, ਜਿਹੜੀ ਖੁਰਾਕ ਹੈ ਉਹ ਹਉਮੈ ਹੈ। ਉਹ ਕਦੀ ਉਹਦੇ ਅਵਗੁਣ ਨਹੀਂ ਦੱਸਣਗੇ, ਉਹਦੇ ਅਵਗੁਣਾਂ ਨੂੰ ਵੀ ਗੁਣਾਂ ਵਿੱਚ ਤਬਦੀਲ ਕਰਕੇ ਦੱਸਣਗੇ। ਭਾਈ ਸਾਹਿਬ, ਤੁਹਾਡੇ ਵਰਗਾ ਤੇ ਸਿਆਣਾ ਹੀ ਕੋਈ ਨਹੀਂ, ਤੁਸੀਂ ਤੇ ਬੜੇ ਵਿਦਵਾਨ ਹੋ, ਬੜੇ ਧਨਾੜ ਹੋ ਤੁਸੀਂ ਤੇ ਇਹ ਕੀ ਹੈ? ਇਹ ਹਉਮੈ ਕੀ ਕਰ ਰਹੀ ਹੈ? ਪੱਠੇ ਪਵਾ ਰਹੀ ਹੈ। ਤੇ ਜੇ ਲੋਕਾਂ ਨੇ ਨੋਟਿਸ ਨਹੀਂ ਕੀਤਾ, ਫਿਰ ਆਪ ਜਾ ਕੇ ਕਹਿੰਦਾ, ਦੇਖਿਆ ਜੀ, ਗੁਰਦੁਆਰੇ ਜੀ ਸੇਵਾ ਕਰਨੀ ਸੀ, ਮੈਂ ਕਰਾਈ ਹੈ, ਆਹ ਨਿਤਨੇਮ ਮੈਂ ਕਰਦਾ, 5 ਬਾਣੀਆਂ ਮੈਂ ਪੜ੍ਹਦਾ, 7 ਬਾਣੀਆਂ ਮੈਂ ਪੜ੍ਹਦਾ, ਪੂਰਾ ਗੁਰੂ ਗ੍ਰੰਥ ਸਾਹਿਬ ਮੈਂ ਪੜ੍ਹਦਾ। ਸੱਚੇ ਪਾਤਸ਼ਾਹ ਕਹਿੰਦੇ ਇਹ ਐਸੀ ਚੀਜ਼ ਹੈ, ਇਹ ਆਪ ਇਹ ਪੱਠੇ ਜਿਹੜੇ ਨੇ ਇਸ ਹਉਮੈ ਦੀ ਖੁਰਾਕ ਆ। ਸਿਫਤ ਜਿਹੜੀ ਕਰਾਉਣੀ, ਉਸਤਤ ਕਰਾਉਣੀ, ਇਹ ਆਪਣੀ ਆਪ ਕਰਾਉਂਦਾ ਹੈ। ਤੇ ਸਾਹਿਬ ਕਹਿੰਦੇ ਇਹ ਐਸੇ ਸੰਸਕਾਰ ਬਣਦੇ ਜਾਂਦੇ ਨੇ, ਇਹ ਤੋਂ ਸੁਭਾਅ ਬਣਦਾ ਜਾਂਦਾ ਹੈ। ਤੇ ਜਦੋਂ ਸੁਭਾਅ ਬਣਦਾ ਜਾਂਦਾ ਹੈ ਨਾ, ਫਿਰ ਇਸ ਤਰ੍ਹਾਂ ਦੀ ਅਵਸਥਾ ਹੈ, ਫਿਰ ਜੋਨੀ ਪਾਏ, ਇਹ ਆਪ ਬਾਰ-ਬਾਰ ਜਨਮ ਲੈਂਦਾ ਹੈ, ਮਰਦਾ ਹੈ ਉਸ ਹਉਮੈ ਦੇ ਵਿੱਚ। ਭਾਵ ਜਿਤਨੇ ਸਵਾਸ ਮੈਂ ਮੇਰੀ ਵਿੱਚ ਜਿਉਂਦਾ ਹੈ, ਤੇ ਜਿਤਨੇ ਸਵਾਸ ਮੈਂ ਮੇਰੀ ਵਿੱਚ ਵਰਦਾ ਹੈ, ਉਨੇ ਹੀ ਇਹਦੇ ਜੀਵਨ ਨੇ, ਉਨੇ ਹੀ ਇਹਦੇ ਜਨਮ ਨੇ, ਉਨੇ ਹੀ ਇਹਦੀ ਮੌਤ ਹੈ। ਬਾਰ-ਬਾਰ ਆਤਮਿਕ ਮੌਤ ਮਰਦਾ ਹੈ, ਤੇ ਆਪਣੀ ਆਤਮਿਕ ਮੌਤ ਦੇ ਵਿੱਚ ਪਤਾ ਨਹੀਂ ਕਿਤਨੀਆਂ ਜੋਨਾਂ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਟਕਦਾ ਰਹਿੰਦਾ ਹੈ, ਜਦੋਂ ਮੈਂ ਕਰਦਾ ਹੈ। ਤੇ ਸਾਹਿਬ ਕਹਿੰਦੇ ਨੇ, ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਮੈਂ ਜਾਏ। ਫਿਰ ਸਵਾਲ ਕੀਤਾ ਸਾਹਿਬ ਜੀ, ਕਹਿੰਦੇ ਕਿੱਥੋਂ ਉਪਜ ਜਾਂਦੀ ਹੈ ਹਉਮੈ, ਤੇ ਕਿਹੜੇ ਇਹਦੇ ਤਰੀਕੇ ਨੇ, ਕਿਸ ਜੁਗਤੀ ਦੇ ਨਾਲ, ਕਿਸ ਤਰੀਕੇ ਦੇ ਨਾਲ ਇਸ ਹਉਮੈ ਨੂੰ ਜੀਵਨ ਦੇ ਵਿੱਚ ਵਸ ਕੀਤਾ ਜਾਵੇ, ਕਿਹੜਾ ਜੁਗਤੀ ਅਪਣਾਈ ਜਾਵੇ ਕਿ ਇਹਦਾ ਕੋਈ ਟ੍ਰੀਟਮੈਂਟ ਕੀਤਾ ਜਾਵੇ, ਇਹਦਾ ਇਲਾਜ ਕੀਤਾ ਜਾਵੇ। ਸੁੱਤੇ ਹੀ ਮਨ ਵਿੱਚ ਪ੍ਰਸ਼ਨ ਫਿਰ ਉੱਠ ਪੈਂਦਾ ਹੈ ਕਿ ਜੀਵ ਦਾ ਇਹ ਆਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੋ ਗਿਆ ਅਤੇ ਕਿਸ ਤਰੀਕੇ ਦੇ ਨਾਲ ਇਹ ਦੂਰ ਹੋਣਾ ਚਾਹੀਦਾ ਹੈ। ਹਉਮੈ ਇਹੋ ਹੁਕਮ ਹੈ, ਪਈਐ ਕਿਰਤ ਫਿਰਾਹੇ। ਪਈਏ ਕਿਰਤ ਫਿਰਾਏ ਦਾ ਅਰਥ ਹੈ ਕਿਰਤ ਦੇ ਪਾਣ ਦੇ ਕਾਰਨ ਜੀਵ ਫਿਰਦੇ ਹਨ। ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੇ ਅਨੁਸਾਰ ਜੀਵ ਮੁੜ ਉਹੀ ਕਰਮ ਕਰਦੇ ਹਨ, ਕਿਉਂਕਿ ਜਿਹੜਾ ਇੱਕ ਵਾਰੀ ਸੁਭਾਅ ਬਣ ਗਿਆ ਇਸ ਮਨੁੱਖ ਦਾ, ਇਹ ਬਾਰ-ਬਾਰ ਫਿਰ ਉਹੀ ਕਰਮ ਕਰਦਾ ਹੈ। ਜੇ ਇਹਦੇ ਸੁਭਾਅ ਵਿੱਚ ਇੱਕ ਵਾਰੀ ਮੈਂ ਵੜ ਗਈ ਨਾ, ਭਾਵੇਂ ਕਿਤਨੀ ਕੋਸ਼ਿਸ਼ ਕਰੇ, ਇਹਦੀ ਮੈਂ ਨਿਕਲਦੀ ਨਹੀਂ ਜਦ ਤੱਕ ਗੁਰੂ ਦੇ ਚਰਨਾਂ ਵਿੱਚ ਇਹ ਸਮਰਪਣ ਨਾ ਹੋਵੇ। ਕਿਉਂਕਿ ਨਿਮਰਤਾ ਦੇ ਵਿੱਚ ਆਉਣਾ ਬਹੁਤ ਵੱਡਾ ਗੁਣ ਹੈ। ਨਿਮਰਤਾ ਦੇ ਵਿੱਚ ਇਹ ਆਉਣਾ ਨਹੀਂ ਚਾਹੁੰਦਾ। ਇਹ ਕਹਿੰਦਾ ਤੇ ਹੈਗਾ ਹੈ ਕਿ ਜੀ ਮੈਂ ਜੀ ਸੰਗਤਾਂ ਦੇ ਚਰਨਾਂ ਦੀ ਧੂੜ ਆ, ਤੇ ਜੇ ਕੋਈ ਅੱਗਿਓਂ ਉਹੋ ਜਿਹਾ ਮਨੁੱਖ ਮਿਲ ਜਾਵੇ, ਜੇ ਆਖੇ ਜੇ ਤੂੰ ਚਰਨਾਂ ਦੀ ਧੂੜ ਆ ਤੇ ਚਰਨਾਂ 'ਚ ਰਿਹਾ ਕਰ, ਤੇ ਮਨੁੱਖ ਵਾਸਤੇ ਇਹ ਗੱਲ ਸਭ ਤੋਂ ਵੱਡੀ ਔਖੀ ਹੈ ਬਰਦਾਸ਼ਤ ਕਰਨੀ। ਆਪ ਭਾਵੇਂ ਕਹਿੰਦਾ ਫਿਰੇ, ਕੋਈ ਦੂਜਾ ਕਹਿ ਦਵੇ, ਫਿਰ ਉਦਣ ਪਤਾ ਲੱਗਦਾ ਹੈ ਇਹ ਕਿਤਨਾ ਕੁ ਨਿਮਾਣਾ ਹੈ, ਕਿਤਨੀ ਕੁ ਨਿਮਰਤਾ ਇਹਦੇ ਅੰਦਰ, ਕਿਤਨੀ ਕੁ ਪਵਿੱਤਰਤਾ ਇਹਦੇ ਅੰਦਰ, ਕਿਤਨੀ ਕੁ ਸਹਿਣਸ਼ੀਲਤਾ ਹੈ, ਕਿਤਨਾ ਕੁ ਇਹਦਾ ਹਿਰਦਾ ਸ਼ੁੱਧ ਹੈ, ਕਿੰਨੀ ਕੁ ਇਹਦੇ ਵਿੱਚ ਪਵਿੱਤਰਤਾ ਆਈ ਹੈ। ਸੱਚ ਜਾਣਿਓ, ਗੁਰਬਾਣੀ ਪੜ੍ਹਨਾ ਡਿਫਰੈਂਟ ਮੈਟਰ ਹੈ, ਗੁਰਬਾਣੀ ਨੂੰ ਕਮਾਉਣਾ ਡਿਫਰੈਂਟ ਮੈਟਰ ਹੈ। ਅੱਜ ਪੜ੍ਹੀ ਤੇ ਜਾ ਰਹੀ ਹੈ, ਕਮਾਈ ਨਹੀਂ ਜਾ ਰਹੀ। ਅੱਜ ਸਾਡੀ ਕੌਮ ਦੇ ਕੋਲ ਜਥੇਦਾਰੀਆਂ ਦੀਆਂ ਲਿਸਟਾਂ ਲੱਗੀਆਂ ਪਈਆਂ ਨੇ। ਹਰ ਕੋਈ ਜਥੇਦਾਰ ਬਣਨਾ ਚਾਹੁੰਦਾ ਹੈ, ਸੇਵਾਦਾਰ ਕੋਈ ਬਣਨਾ ਨਹੀਂ ਚਾਹੁੰਦਾ। ਕਿਤੇ ਪੁੱਛ ਕੇ ਵੇਖੋ ਸਰਦਾਰ ਕਪੂਰ ਸਿੰਘ ਨੂੰ, ਜਿਨ੍ਹਾਂ ਨੂੰ ਘੋੜਿਆਂ ਦੀ ਲਿੱਦ ਜਿਹੜੇ ਸਾਫ਼ ਕਰ ਰਹੇ ਨੇ, ਤੇ ਅੱਜ ਗੁਰੂ ਕੇ 2 ਪਿਆਰੇ ਸਿੱਖ ਭਾਈ ਸ਼ਾਹਬਾਜ਼ ਸਿੰਘ ਤੇ ਸੁਬੇਜ਼ ਸਿੰਘ ਜੀ ਅੱਜ ਜ਼ਕਰੀਆ ਖਾਨ ਦੇ ਕਹਿਣ ਦੇ ਉੱਤੇ ਨਵਾਬੀ ਲੈ ਕੇ ਪਹੁੰਚੇ ਨੇ, ਤੇ ਦਰਬਾਰਾ ਸਿੰਘ ਨੂੰ ਜਾ ਕੇ ਬਿਨੈ ਕੀਤੀ ਵੀ ਇਹ ਨਵਾਬੀ ਕਬੂਲ ਕਰ ਲਓ। ਭਾਈ ਦਰਬਾਰਾ ਸਿੰਘ ਕਹਿੰਦੇ ਨਹੀਂ, ਸਾਨੂੰ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ, ਅਸੀਂ ਪਾਤਸ਼ਾਹੀਆਂ ਦਾ ਦਾਅਵਾ ਰੱਖਦੇ ਹਾਂ, ਸਾਨੂੰ ਕਿਸੇ ਹੋਰ ਦੀ ਪਾਤਸ਼ਾਹੀ ਦੀ ਲੋੜ ਨਹੀਂ। ਸਿਆਣੇ ਸਨ, ਸਮਝਦਾਰ ਸਨ ਭਾਈ ਸ਼ਾਹਬਾਜ਼ ਸਿੰਘ ਸੁਬੇਗ ਸਿੰਘ ਜੀ। ਸਮਝਾਉਂਦੇ ਨੇ ਕੁਝ ਸਮਾਂ ਕੌਮ ਨੂੰ ਇਕੱਤਰ ਕਰਨ ਵਿੱਚ ਲੱਗ ਜਾਵੇਗਾ, ਯੋਧਿਆਂ ਨੂੰ ਇਕੱਠਾ ਕਰਨ ਵਿੱਚ ਲੱਗ ਜਾਵੇਗਾ। ਇਹ ਮੌਕਾ ਰਾਜਨੀਤੀ ਦ੍ਰਿਸ਼ਟੀਕੋਣ ਤੋਂ ਵੇਖਦਿਆਂ ਹੋਇਆਂ ਸਾਨੂੰ ਇਸ ਮੌਕੇ ਦਾ ਲਾਭ ਲੈਣਾ ਚਾਹੀਦਾ ਹੈ।
ਉਵੇਂ ਹੀ ਮੰਨ ਲਈ ਗੱਲ। ਹੁਣ ਇਹ ਨਵਾਬੀ ਦਿੱਤੀ ਕਿਹਨੂੰ ਜਾਵੇ? ਤੇ ਘੋੜਿਆਂ ਦੀ ਲਿੱਦ ਸਾਫ਼ ਕਰਨ ਵਾਲਾ ਇੱਕ ਨੌਜਵਾਨ ਕਪੂਰ ਸਿੰਘ, ਕਹਿੰਦੇ ਉਹਨੂੰ ਬੁਲਾਓ। ਕਪੂਰ ਸਿੰਘ ਨੂੰ ਇਹ ਸੇਵਾ ਨਵਾਬੀ ਦੀ ਸੌਂਪੀ ਗਈ। ਆਖੇ ਅੱਜ ਤੋਂ ਤੂੰ ਨਵਾਬ ਕਪੂਰ ਸਿੰਘ ਹੋਇਆ। ਕਹਿੰਦੇ ਨਹੀਂ, ਇਹ ਨਵਾਬੀ ਪੰਥ ਖਾਲਸੇ ਦੀ ਹੈ, ਮੈਂ ਤੇ ਸੇਵਾਦਾਰ ਹਾਂ। ਮੇਰੀ ਤੇ ਅੱਜ ਵੀ ਉਹੀ ਹੋਂਦੇ ਆ ਘੋੜਿਆਂ ਦੀ ਲਿੱਦ ਸਾਫ਼ ਕਰਨ ਦੀ। ਮੈਂ ਇਹੀ ਸੇਵਾ ਦੇ ਵਿੱਚ ਖੁਸ਼ ਹਾਂ। ਨਵਾਬੀ ਪੰਥ ਨੇ ਦਿੱਤੀ ਹੈ, ਪਰ ਮੈਂ ਸਦੀ ਵੀ ਸੇਵਾਦਾਰ ਬਣ ਕੇ ਰਹਿਣਾ ਚਾਹੁੰਦਾ। ਇਹ ਗੁਣਿਆ ਜਿਹਨੂੰ ਹਉਮੈ ਸਮਝ ਆ ਗਈ, ਜਿਹਨੂੰ ਹਉਮੈ ਦਾ ਰੋਗ ਸਮਝ ਆ ਗਿਆ, ਫਿਰ ਉਹ ਹੰਕਾਰ ਨਹੀਂ ਕਰਦਾ, ਉਹ ਨਿਮਰਤਾ ਦੇ ਵਿੱਚ ਰਹਿੰਦਾ ਹੈ। ਤੇ ਸਭ ਕਹਿੰਦੇ ਨੇ ਹਉਮੈ ਇਹੋ ਹੁਕਮ ਹੈ, ਪਈਏ ਕਿਰਤ ਫਿਰਾਏ। ਇਹ ਮਨੁੱਖ ਨੂੰ ਇਹ ਹਉਮੈ ਮਨੁੱਖ ਦੇ ਅੰਦਰ ਪ੍ਰਗਟ ਹੁੰਦੀ ਹੈ ਤੇ ਮਨੁੱਖ ਇਹਦੇ ਪਿੱਛੇ ਲੱਗ ਕੇ ਕਰਮ ਕਰਦਾ ਹੈ, ਉਹਦੇ ਸੰਸਕਾਰ ਬਣਦੇ ਹਨ, ਉਹਦਾ ਸੁਭਾਅ ਬਣਦਾ ਹੈ। ਇਹ ਮੁੜ ਮੁੜ ਫਿਰ ਉਹੀ ਕਰਮ ਕਰੀ ਜਾਂਦਾ ਹੈ, ਹਉਮੈ ਦੇ ਵਿੱਚ ਬੱਝਾ ਹੋਇਆ। ਤੇ ਸਭ ਕਹਿੰਦੇ ਅਗਲੀ ਗੱਲ ਕਹਿੰਦੇ ਹਉਮੈ ਦੀਰਘ ਰੋਗ ਹੈ। ਹਉਮੈ ਇੱਕ ਐਸਾ ਰੋਗ ਹੈ ਜਿਹੜਾ ਇੱਕ ਜਿਵੇਂ ਕਹਿੰਦੇ ਨੇ ਐਡਿਕਸ਼ਨ ਲੱਗ ਜਾਣੀ ਕਿਸੇ ਚੀਜ਼ ਦੀ। ਤੁਸੀਂ दारू ਪੀਣ ਵਾਲਾ ਜਿਹੜਾ ਬੰਦਾ ਹੈ, ਸ਼ਰਾਬ ਪੀਣ ਵਾਲਾ, ਉਹ ਐਡਿਕਟ ਜਦੋਂ ਹੋ ਜਾਂਦਾ ਹੈ, ਫਿਰ ਇੱਕ ਸਮਾਂ ਐਸਾ ਆਉਂਦਾ ਹੈ दारू ਉਸ ਨੂੰ ਲਈ ਤੁਰੀ ਫਿਰਦੀ ਹੈ। ਉਹ ਜਿੱਥੇ दारू ਦੇਖਦਾ ਹੈ ਉੱਥੇ ਉਹਦੇ ਮੂੰਹ ਦੇ ਵਿੱਚੋਂ ਪਾਣੀ ਆ ਜਾਂਦਾ ਹੈ, ਉੱਥੇ ਉਹਦਾ ਨਸ਼ੇ ਕਰਨ ਨੂੰ ਜੀ ਕਰ ਆਉਂਦਾ ਹੈ। ਕਈ ਵਾਰੀ ਉਹ ਵਾਅਦੇ ਕਰਦਾ ਹੈ, ਅੱਜ ਮੈਂ ਛੱਡ ਦੇਣੀ ਹੈ, ਅੱਜ ਛੱਡ ਕੇ ਮਿੰਟਾਂ ਘੰਟਿਆਂ ਤੋਂ ਬਾਅਦ ਫਿਰ ਕਿਤੇ ਦੇਖ ਲਈ, ਫਿਰ ਪੀ ਲਈ। ਰੋਜ਼ਾਨਾ ਰਾਤ ਨੂੰ ਵਾਅਦਾ ਕਰਦਾ ਛੱਡ ਦੇਣੀ ਹੈ, ਸਵੇਰੇ ਫਿਰ ਪੀਣ ਲੱਗ ਪੈਂਦਾ। ਇਹ ਐਡਿਕਸ਼ਨ ਹੈ, ਇੱਕ ਰੋਗ ਹੈ। ਹਉਮੈ ਇੱਕ ਐਡਿਕਸ਼ਨ ਜਦੋਂ ਬਣ ਜਾਵੇ, ਜਦੋਂ ਇਹ ਰੋਗ ਬਣ ਜਾਵੇ, ਫਿਰ ਇਹਦਾ ਟ੍ਰੀਟਮੈਂਟ ਕਰਨਾ, ਸਭ ਕਹਿੰਦੇ ਇਲਾਜ ਤੇ ਹੋ ਸਕਦਾ ਹੈ, ਪਰ ਇਹ ਐਸੀ ਹੈ ਇੱਕ ਲੰਮਾ ਰੋਗ ਹੈ। ਦੀਰਘ ਦਾ ਅਰਥ ਹੈ ਇੱਕ ਲੰਮਾ ਰੋਗ, ਕਦੀ ਨਾ ਮੁੱਕਣ ਵਾਲਾ। ਪਰ ਇਹ ਨਹੀਂ ਕਿ ਇਹਦਾ ਇਲਾਜ ਨਹੀਂ ਹੈ, ਇਹਦਾ ਇਲਾਜ ਹੈ, ਇਹਦਾ ਟ੍ਰੀਟਮੈਂਟ ਹੈ। ਪਰ ਇਹ ਰੋਗ ਇੱਕ ਐਸਾ ਹੈ ਜਿਹੜਾ ਨਾਲ ਕਈ ਸਮੇਂ ਤੱਕ ਨਿਭਦਾ ਹੈ। दारू ਪੀ ਇਸ ਮਾਹੇ, ਜਦੋਂ ਇਹ ਦੀਰਘ ਰੋਗ ਬਣ ਜਾਵੇ ਤੇ ਫਿਰ ਇਹਦਾ ਇਲਾਜ ਵੀ ਕਰਨਾ ਜ਼ਰੂਰੀ ਹੈ। ਪਰ ਪਹਿਲਾਂ ਮਰੀਜ਼ ਇਹ ਤਾਂ ਮੰਨੇ ਕਿ ਮੈਂ ਹਉਮੈ ਵਿੱਚ ਹਾਂ, ਪਹਿਲਾਂ ਇਹ ਤਾਂ ਕਬੂਲ ਕਰੇ ਕਿ ਮੈਂ ਕਰ ਰਿਹਾ ਵਾਂ। ਜਦ ਤੱਕ ਇਹ ਕਬੂਲ ਨਹੀਂ ਕਰਦਾ, ਤੁਸੀਂ ਦੇਖੋ ਆਮ ਮਨੁੱਖ ਨੂੰ ਦੇਖੋ, ਆਕੜਿਆ ਉਹਦੀ, ਸੀਨਾ ਤਣਿਆ ਹੋਇਆ, ਕ੍ਰੋਧ ਦੇ ਅੱਗ ਚੋਂ ਨਿਕਲਦੇ ਬੋਲ, ਇਦਾਂ ਦੱਸਦੇ ਨੇ ਇਹ ਮਨੁੱਖ ਹਉਮੈ ਦੇ ਵਿੱਚ ਹੈ। ਅੱਜ ਤੁਸੀਂ ਦੇਖ ਲਓ ਗੁਰਦੁਆਰਿਆਂ ਦੇ ਵਿੱਚ ਜਿਹੜਾ ਮਨੁੱਖ ਇੱਕ ਵਾਰੀ ਕਿਸੇ ਪ੍ਰਧਾਨ ਦੀ ਕੁਰਸੀ ਤੇ ਬੈਠ ਗਿਆ, ਅੱਜ ਪ੍ਰਬੰਧਕ ਬਣ ਗਿਆ, ਉਸ ਗ੍ਰੰਥੀ ਸਿੰਘਾਂ ਨੂੰ, ਈਵਨ ਇੱਥੋਂ ਤੱਕ ਰਾਗੀ ਸਿੰਘਾਂ ਨੂੰ ਵੀ ਆਪ ਹੰਕਾਰ ਹਉਮੈ ਵਿੱਚ ਆ ਕੇ ਬੋਲਦਾ ਹੈ। ਤੇ ਸਤਿਗੁਰੂ ਗੁਰਦੇਵ ਮਹਾਰਾਜ ਕਹਿੰਦੇ ਇਹ ਐਡਿਕਸ਼ਨ ਹੈ, ਰੋਗੀ ਹੈ, ਇਹ ਰੋਗ ਲੱਗ ਗਿਆ ਉਹਨੂੰ। ਤੇ ਇਸ ਰੋਗ ਦਾ ਇਲਾਜ ਹੈ, ਲੰਬਾ ਜ਼ਰੂਰ ਹੈ, ਇਲਾਜ ਹੈ। ਹਉਮੈ ਦੀਰਘ ਰੋਗ ਹੈ, दारू ਪੀ ਇਸ ਮਾਹੇ। ਇਹਦਾ दारू ਹੈ, ਇਹ ਨਹੀਂ ਕਿ ਇਹਦੇ ਵਿੱਚ ਹੈ, ਪਰ ਇਹਦਾ दारू ਗੁਰਬਾਣੀ ਦੇ ਵਿੱਚ ਹੈ। ਤੇ ਸਹਿਬ ਕਹਿੰਦੇ ਨੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਇਲਾਜ ਕਿਹਦੇ ਵਿੱਚ ਹੈ? ਗੁਰੂ ਸ਼ਬਦ ਦੇ ਵਿੱਚ। ਗੁਰੂ ਸ਼ਬਦ ਵਿੱਚ ਸੁਰਤ ਜੋੜਿਆ, ਗੁਰੂ ਸ਼ਬਦ ਦੀ ਵਿਚਾਰ ਕੀਤਿਆਂ, ਗੁਰੂ ਸ਼ਬਦ ਦਾ ਗਿਆਨ ਲਿਆ, ਇਹ ਹਉਮੈ ਇਹਦੇ ਵਿੱਚੋਂ ਨਿਕਲ ਸਕਦੀ ਹੈ। ਇਸ ਰੋਗ ਦੀ ਪਹਿਚਾਣ ਕਰਕੇ ਇਹਦਾ ਇਲਾਜ ਕੀਤਾ ਜਾ ਸਕਦਾ ਹੈ। ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਏ। ਨਾਨਕ ਜੀ ਆਖਦੇ ਹਨ, ਹੇ ਲੋਕੋ, ਇਸ ਤਰੀਕੇ ਦੇ ਨਾਲ ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਦੁੱਖ ਦੂਰ ਹੋ ਸਕਦੇ ਹਨ, ਜੇ ਤੂੰ ਇਸ ਹਉਮੈ ਦੇ ਰੋਗ ਨੂੰ ਪਹਿਚਾਣ ਲਵੇਂ ਤੇ ਇਹਦਾ ਛੇਤੀ ਤੋਂ ਛੇਤੀ ਇਲਾਜ ਕਰਨਾ ਸ਼ੁਰੂ ਕਰ ਦਵੇਂ। ਉਹ ਇਲਾਜ ਹੈ ਮੇਰਾ ਵੈਦ ਗੁਰੂ ਗੋਬਿੰਦਾ, ਮੇਰੇ ਧੰਨ ਸਤਿਗੁਰੂ ਗੁਰੂ ਸ਼ਬਦ ਦੇ ਕੋਲ ਸ਼ਬਦ ਨਾਲ ਸੁਰਤ ਜੋੜਿਆ। ਬਾਰ-ਬਾਰ ਇਹ ਮਨ ਨੂੰ ਸਮਝਾਇਆ, ਇਹ ਮਨਾ ਕਿਉਂ ਹਉਮੈ ਕਰਦਾ ਹੈ, ਕਿਉਂ ਮੈਂ ਮੇਰੀ ਕਰਦਾ ਹੈ, ਕਿਉਂ ਵਿਕਾਰਾਂ ਵਿੱਚ ਪੈਂਦਾ ਹੈ। ਬਾਰ-ਬਾਰ ਕਿਹਾ, ਇਹ ਨਿਮਰਤਾ ਦੇ ਵਿੱਚ ਆ ਸਕਦਾ ਹੈ। ਤੇ ਨਿਮਰਤਾ ਇੱਕ ਐਸਾ ਗਹਿਣਾ ਹੈ ਸਿੱਖ ਦਾ, ਜਿਹਦੇ ਕੋਲ ਨਿਮਰਤਾ ਹੈ ਨਾ, ਜਿਹਦੇ ਕੋਲ ਪਿਆਰ ਹੈ, ਜਿਹਦੇ ਕੋਲ ਮਿਠਾਸ ਹੈ, ਉਹ ਦੁਨੀਆ ਦਾ ਰਾਜਾ ਬਣ ਜਾਂਦਾ ਹੈ। ਤੇ ਹਸਤੀ ਸਿਰ ਜੋ ਅੰਕੁਸ਼ ਹੈ, ਆਹਰਣ ਜਿਉ ਸਿਰ ਦੇ, ਮਨ ਤਨ ਆਗੇ ਰੱਖ ਕੇ ਉੱਭੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀ ਹੈ, ਸਭ ਰਾਜ ਸ੍ਰਿਸ਼ਟ ਕਾਲੇ। ਸੋ ਅੱਜ ਦੇ ਬਚਨ ਸਤਿਗੁਰੂ ਜੀ ਨੇ ਬੜੇ ਪਿਆਰ ਨਾਲ
ਸਾਨੂੰ ਹਉਮੈ ਦਾ ਇਲਾਜ ਵੀ ਦੱਸਿਆ ਹੈ, ਹਉਮੈ ਦੇ ਰੋਗ ਬਾਰੇ ਜਾਣੂ ਵੀ ਕਰਾਇਆ ਹੈ। ਵਿਚਾਰੀਏ ਆਪਣੇ ਆਪ ਦੇ ਵਿੱਚ, ਕਿਤੇ ਇਹ ਰੋਗ ਸਾਨੂੰ ਤੇ ਨਹੀਂ ਲੱਗਾ, ਕਿਤੇ ਅਸੀਂ ਤੇ ਇਸ ਰੋਗ ਦੇ ਧਾਰਨੀ ਨਹੀਂ। ਜੇ ਇਹ ਸਮਝ ਪੈ ਰਹੀ ਹੈ, ਅੰਦਰੋਂ ਆਵਾਜ਼ ਆ ਰਹੀ ਹੈ, ਹਾਂ ਭਾਈ ਤੂੰ ਵੀ ਈਗੋ ਹੀ ਕਰਦਾ ਹੈ, ਤੂੰ ਵੀ ਮੈਂ ਹੀ ਕਰਦਾ ਰਹਿਣਾ ਹੈ, ਫਿਰ ਟ੍ਰੀਟਮੈਂਟ ਕਰੀਏ, ਇਲਾਜ ਕਰੀਏ, ਛੇਤੀ ਤੋਂ ਛੇਤੀ ਕਰੀਏ, ਤਾਂ ਕਿ ਇਹਦਾ ਇਲਾਜ ਹੋ ਜਾਵੇ ਤੇ ਅਸੀਂ ਕੌਮ ਦਾ ਭਲਾ, ਆਪਣੇ ਦੇਸ਼ ਦਾ, ਆਪਣੀ ਸੰਸਕ੍ਰਿਤੀ ਦਾ, ਆਪਣੇ ਸੱਭਿਆਚਾਰ ਦਾ, ਆਪਣੀ ਗੁਰਮਤ ਦਾ ਅਸੀਂ ਭਲਾ ਕਰ ਸਕੀਏ। ਸਾਹਿਬ ਜੀ ਕਿਰਪਾ ਕਰਨ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਜੀ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਇਵੇਂ ਗੁਰੂ ਸਾਹਿਬ ਸੇਵਾਵਾਂ ਲੈਂਦੇ ਰਹਿਣ। ਜੇ ਅੱਜ ਦੇ ਵਿਚਾਰ ਆਪ ਜੀ ਨੂੰ ਚੰਗੇ ਲੱਗੇ ਹੋਣ, ਕਮੈਂਟ ਜ਼ਰੂਰ ਕਰਨਾ, ਤਾਂ ਕਿ ਹੋਰ ਹੌਸਲਾ ਅਫਜ਼ਾਈ ਹੋ ਸਕੇ। ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਗੰਦੇ ਗੀਤ ਤੇ ਬੜੇ ਅਸੀਂ ਸ਼ੇਅਰ ਕਰਦੇ ਹਾਂ, ਪਰ ਗੁਰਬਾਣੀ ਨੂੰ ਵੱਧ ਤੋਂ ਵੱਧ ਲੋਕਾਂ ਦੀ ਵਾਲ ਤੱਕ ਪਹੁੰਚਾਓ, ਤਾਂ ਕਿ ਲੋਕੀ ਗੁਰਬਾਣੀ ਨਾਲ ਜੁੜ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।